ਹੈਲੋ एवरीवन ਵੈਲਕਮ ਟੂ ਮਾਈ ਚੈਨਲ। ਮਾਈ ਨੇਮ ਇਜ਼ ਹਰਿੰਦਰ ਸਿੰਘ। ਅੱਜ ਆਪਾਂ ਕਾਰਬਨ ਅਤੇ ਉਸਦੇ ਯੌਗਿਕ ਅਧਿਆਏ ਦਾ ਤੀਜਾ ਭਾਗ ਕਰਾਂਗੇ, ਤੀਜੇ ਪਾਠ। ਹੁਣ ਤੱਕ ਆਪਾਂ ਪੜ੍ਹ ਕੇ ਆਏ ਹਾਂ ਵੀ ਜਿਹੜਾ ਕਾਰਬਨ ਹੈ, ਕਾਰਬਨ ਦਾ ਕਾਰਬਨ ਨਾਲ ਲੰਬੀ ਲੜੀ ਬਣਾਉਣ ਦਾ ਗੁਣ ਹੁੰਦਾ ਇੱਕ, ਜਿਸ ਨੂੰ ਆਪਾਂ ਕੀ ਕਹਿੰਦੇ ਆਂਗੇ, ਲੜੀ ਬੰਧਨ। ਇਸ ਤਰ੍ਹਾਂ ਕਰਦੇ ਹੋਏ ਜਿਹੜਾ ਕਾਰਬਨ ਹੈ, ਕਾਰਬਨ ਨਾਲ ਕੀ ਕਰਦਾ ਹੈਗਾ, ਕਾਫੀ ਬੰਧਨ ਬਣਾ ਲੈਂਦਾ। ਹੁਣ ਇਹਨਾਂ ਦੇ ਵਿੱਚ ਕੀ ਹੈਗਾ, ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਜਦੋਂ ਕਾਰਬਨ ਕਾਰਬਨ ਦੇ ਨਾਲ ਇਕਹਿਰਾ ਬੰਧਨ ਬਣਿਆ ਪਿਆ ਹੁੰਦਾ, ਤਾਂ ਇਹਦੇ ਵਿੱਚ ਜਿਹੜੀ ਫੈਮਿਲੀ ਹੈ ਪੂਰੀ, ਉਹਦਾ ਨਾਮ ਕੀ ਰੱਖਿਆ ਗਿਆ ਹੈਗਾ, ਅਲਕੇਨ। ਐਲਕੇਨ। ਇਹਦਾ ਜਿਹੜਾ ਸਫਿਕਸ ਹੈ ਉਹ ਕੀ ਹੈਗਾ, ਏਨ। ਧਿਆਨ ਦਿਓ, ਇਹ ਉਹ ਰਸਾਇਣਿਕ ਯੌਗਿਕ ਹਨ ਜਿਨ੍ਹਾਂ ਵਿੱਚ ਕੇਵਲ ਕਾਰਬਨ ਅਤੇ ਹਾਈਡਰੋਜਨ ਹੁੰਦੇ ਹਨ। ਇਸ ਕਰਕੇ ਇਹਨਾਂ ਨੂੰ ਕੀ ਕਹਿੰਦੇ ਨੇਗੇ, ਹਾਈਡਰੋਕਾਰਬਨ। ਅੱਗੇ ਇਹਨਾਂ ਦੇ ਵਿੱਚ ਜਿਹੜਾ ਹਰੇਕ ਬੰਧਨ ਹੈ ਨਾ, ਧਿਆਨ ਦਿਓ ਇੱਥੇ ਕੀਵਰਡ ਕੀ ਹੈਗਾ, ਹਰੇਕ ਬੰਧਨ ਕਾਰਬਨ ਅਤੇ ਕਾਰਬਨ ਪਰਮਾਣੂਆਂ ਦਾ, ਉਹ ਕੀ ਹੋਊਗਾ, ਇਕਹਿਰਾ ਬੰਧਨ ਹੋਊਗਾ। ਉਹਨਾਂ ਦੇ ਐਗਜ਼ਾਮਪਲ ਦੇ ਵਿੱਚ ਕਿਹੜੀ ਆ ਗਈ, ਜਿਵੇਂ ਮੀਥੇਨ ਹੋ ਗਿਆ, ਈਥੇਨ ਹੋ ਗਿਆ। ਹੁਣ ਇਹਨਾਂ ਬਾਰੇ ਆਪਾਂ ਪੂਰੀ ਤਰ੍ਹਾਂ ਪੜ੍ਹਾਂਗੇ। ਸਭ ਤੋਂ ਪਹਿਲਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਲੈਣਾ। ਜਦੋਂ ਨੰਬਰ ਆਫ ਕਾਰਬਨ ਐਟਮਸ ਕਿਸੇ ਵੀ ਕਾਰਬਨ ਫੈਮਿਲੀ ਦੇ ਜਿਹੜਾ ਮੈਂਬਰ ਯੌਗਿਕ ਹੈ ਹੋਵੇ, ਉਹਦੇ ਵਿੱਚ ਨੰਬਰ ਆਫ ਕਾਰਬਨ ਐਟਮਸ 1 ਹੋਣ ਤਾਂ ਮੀਥੇਨ, 2 ਹੋਣ ਤਾਂ ਈਥ, 3 ਹੋਵੇ ਤਾਂ ਪ੍ਰੋਪ, 4 ਹੋਵੇ ਤਾਂ ਬਿਊਟ, 5 ਹੋਵੇ ਤਾਂ ਪੈਂਟ, 6 ਹੋਵੇ ਤਾਂ ਹੈਕਸ, 7 ਹੋਵੇ ਤਾਂ ਹੈਪਟ, 8 ਹੋਵੇ ਤਾਂ ਔਕਟਾ, 9 ਹੋਵੇ ਤਾਂ ਨੌਨ, 10 ਹੋਵੇ ਤਾਂ ਡੈਕ। ਹੁਣ ਇਹਦੇ ਵਿੱਚੋਂ 6 ਤੱਕ ਦੇ ਮੋਰ ਦੈਨ ਸਫੀਸ਼ੈਂਟ ਨੇ, ਇਹ ਤੁਸੀਂ ਰੂਟ ਵਰਡ ਯਾਦ ਕਰ ਲੈਣੇ ਨੇ। ਕਾਰਬਨ ਦੇਖਦੇ ਹੋਏ ਉਹਦਾ ਨੇਮ ਦਾ ਜਿਹੜਾ ਸਾਹਮਣੇ ਵਾਲਾ ਪ੍ਰੀਫਿਕਸ ਆ ਉਹ ਡਿਸਾਈਡ ਹੋਊਗਾ। ਅਗਰ 1 ਕਾਰਬਨ ਹੈ ਤਾਂ ਮਿਥ ਲੱਗੇਗਾ, 2 ਕਾਰਬਨ ਹੈ ਤਾਂ ਇਥ ਲੱਗੇਗਾ, 3 ਹੈ ਤਾਂ ਪ੍ਰੋਪ ਲੱਗੇਗਾ, 4 ਹੈ ਤਾਂ ਬਟ ਲੱਗੇਗਾ, 5 ਹੈ ਤਾਂ ਪੈਂਟ, 6 ਹੈ ਤਾਂ ਹੈਕਸ। ਇਹਦਾ ਸਕਰੀਨਸ਼ਾਟ ਲੈ ਲਓ ਅਤੇ ਇਹਨੂੰ ਯਾਦ ਕਰ ਲਓ। ਸੋ ਅਲਕੇਨ ਪਰਿਵਾਰ ਦਾ ਜਿਹੜਾ ਪਹਿਲਾ ਮੈਂਬਰ ਆ ਉਹ ਮੀਥੇਨ ਹੈ। ਤੋ ਮਿਥ ਤਾਂ 1 ਕਾਰਬਨ ਕਰਕੇ ਲੱਗਿਆ, ਏਨ ਕਿਉਂ ਲੱਗਿਆ, ਕਿਉਂਕਿ ਇਕਹਿਰਾ ਬੰਧਨ ਹੈ। ਤਾਂ ਮਿਥ ਦੀ ਜੇ ਮੀਥੇਨ ਦੀ ਜੇ ਸਟਰਕਚਰ ਬਣਾਉਣੀ ਹੋਵੇ ਤਾਂ CHH, ਇਹ ਮੀਥੇਨ ਦੀ ਸਟਰਕਚਰ ਹੋ ਗਈ। ਧਿਆਨ ਦਿਓ ਇੱਥੇ ਕਾਰਬਨ 1, ਹਾਈਡਰੋਜਨ ਕਿੰਨੇ ਹੈਗੇ, 4। ਸੈਕਿੰਡ ਜਿਹੜਾ ਆਉਂਦਾ ਹੈ ਐਲਕੇਨ ਪਰਿਵਾਰ ਦਾ ਦੂਜੇ ਨੰਬਰ 'ਤੇ 2 ਕਾਰਬਨ ਆ ਗਏ ਤਾਂ ਨਾਮ ਕੀ ਹੋਏਗਾ, ਇਥ। ਐਲਕੇਨ ਪਰਿਵਾਰ ਆ, ਕਾਰਬਨ ਅਤੇ ਕਾਰਬਨ ਦਾ ਬੰਧਨ ਦੇਖਣਾ, ਕਾਰਬਨ ਦਾ ਕਿਸੇ ਹੋਰ ਐਲੀਮੈਂਟ ਕਿਸੇ ਹੋਰ ਐਟਮ ਦੇ ਨਾਲ ਬਣਿਆ ਹੋਇਆ ਜਿਹੜਾ ਬੰਧਨ ਹੈ ਉਹ ਨਹੀਂ ਦੇਖਣਾ। ਕਾਰਬਨ ਦਾ ਕਾਰਬਨ ਨਾਲ ਬੰਧਨ ਕੀ ਹੈ, ਇਕਹਿਰਾ ਬੰਧਨ ਹੈ, ਇਸ ਕਰਕੇ ਇਹਦਾ ਨਾਮ ਕੀ ਹੋ ਗਿਆ, ਇਥ। ਅੱਗੇ ਕੀ ਲੱਗ ਗਿਆ, ਏਨ, ਐਲਕੇਨ ਹੋਣ ਕਰਕੇ, ਤਾਂ ਨਾਮ ਕੀ ਬਣ ਗਿਆ, ਈਥੇਨ। ਹੁਣ ਇਹ ਕਾਰਬਨ, ਪਹਿਲਾ ਕਾਰਬਨ, ਦੂਜਾ ਕਾਰਬਨ, ਤੁਹਾਨੂੰ ਪਤਾ ਕਾਰਬਨ ਕੀ ਹੁੰਦਾ, 4 ਸੰਯੋਜਕ ਹੁੰਦਾ, 4 ਬੰਧਨ ਬਣਾਊਗਾ। ਇੱਕ ਤਾਂ ਬੰਧਨ ਇਹਨੇ ਕਾਰਬਨ ਦੇ ਨੇ ਕਾਰਬਨ ਨਾਲ ਬਣਾ ਲਿਆ, ਦੂਜਾ ਬੰਧਨ ਇਹਨੇ ਇਸ ਹਾਈਡਰੋਜਨ ਨਾਲ, ਤੀਜਾ ਇਸ ਨਾਲ, ਚੌਥਾ ਇੱਧਰ। ਤਾਂ ਇਹ ਕਾਰਬਨ ਦੇ ਚਾਰੋਂ ਬੰਧਨ ਨੇ ਜਿਹੜੇ ਪੂਰੇ ਹੋ ਗਏ, 1 2 3 4। ਸੇਮ ਵੇ ਨਾਲ ਜੇਕਰ ਆਹ ਵਾਲੇ ਕਾਰਬਨ ਦੇ ਬੰਧਨ ਕਾਊਂਟ ਕਰੀਏ, 1 ਬੰਧਨ ਇਹਨੇ ਇੱਧਰ ਬਣਾਇਆ, 1 ਇਸ ਸਾਈਡ, 1 ਇਸ ਸਾਈਡ, 1 ਇਸ ਸਾਈਡ। ਸੋ ਇਹ ਕੀ ਹੋ ਗਿਆ, ਈਥੇਨ। ਇਸੇ ਤਰ੍ਹਾਂ ਤੀਸਰਾ ਆ ਜਾਂਦਾ ਪ੍ਰੋਪ। ਜਦੋਂ 3 ਕਾਰਬਨ ਲੱਗੇ ਹੋਏ ਨੇ ਤਾਂ ਕੀ ਆਏਗਾ, ਪ੍ਰੀਫਿਕਸ ਪ੍ਰੋਪ। ਤਿੰਨੋਂ ਕਾਰਬਨ ਦੇ ਵਿੱਚ ਬੰਧਨ ਕੀ ਹੈਗਾ, ਇਕਹਿਰਾ ਬੰਧਨ, ਤਾਂ ਅਲਕੇਨ ਪਰਿਵਾਰ ਨੂੰ ਸੰਬੰਧ ਰੱਖਦਾ ਹੈ, ਤਾਂ ਕੀ ਆਏਗਾ, ਸਫਿਕਸ ਏਨ, ਤਾਂ ਇਹਦਾ ਨਾਮ ਕੀ ਹੋ ਗਿਆ, ਪ੍ਰੋਪੇਨ। ਹੁਣ ਧਿਆਨ ਦਿਓ, ਇਹ ਕਾਰਬਨ ਦੇ ਆਪਾਂ 4 ਬੰਧਨ ਪੂਰੇ ਕਰਨੇ ਨੇ। 1 ਬੰਧਨ ਤਾਂ ਇਹਨੇ ਇਸ ਵਾਲੇ ਕਾਰਬਨ ਨਾਲ ਬਣਾ ਕੇ ਪੂਰਾ ਕਰ ਲਿਆ, ਤਾਂ ਇਹਨੂੰ 4 ਬੰਧਨ ਪੂਰੇ ਕਰ ਲਈ। ਹਾਈਡਰੋਜਨ ਕਿੰਨੀਆਂ ਲੱਗਣਗੀਆਂ, 3, ਪਹਿਲੀ ਹਾਈਡਰੋਜਨ, ਦੂਜੀ ਹਾਈਡਰੋਜਨ, ਤੀਸਰੀ ਹਾਈਡਰੋਜਨ। ਸੇਮ ਵੇ ਮਿਡਲ ਵਾਲੇ 'ਤੇ ਧਿਆਨ ਦਿਓ, ਜਿਹੜਾ ਮਿਡਲ ਵਾਲਾ ਕਾਰਬਨ ਹੈ ਉਹਨੇ 1 ਬੰਧਨ ਇਸ ਸਾਈਡ ਬਣਾ ਲਿਆ, 1 ਬੰਧਨ ਇਸ ਸਾਈਡ ਬਣਾ ਲਿਆ। ਮਿਡਲ ਵਾਲੇ ਕਾਰਬਨ ਦੇ 2 ਬੰਧਨ ਤਾਂ ਕਾਰਬਨ ਅਤੇ ਕਾਰਬਨ ਦੇ ਵਿੱਚ ਯੂਟੀਲਾਈਜ਼ ਹੋ ਗਏ। ਆਹ ਵਾਲੇ ਦੇ 2 ਬੰਧਨ ਤਾਂ ਕਾਰਬਨ ਅਤੇ ਕਾਰਬਨ ਨਾਲ ਬਣਾਉਣ ਦੇ ਵਿੱਚ ਯੂਟੀਲਾਈਜ਼ ਹੋ ਗਏ, ਬਣ ਗਏ ਆ। ਅਤੇ ਹੁਣ ਕਿੰਨੇ ਰਹਿ ਗਏ ਬੰਧਨ ਇਹਦੇ ਬਣਨ ਤੋਂ, 2। 1 ਬੰਧਨ ਇੱਧਰ ਬਣਾਏਗਾ, 1 ਬੰਧਨ ਇੱਧਰ ਬਣਾਏਗਾ, 2 ਇਹ ਹੋ ਗਏ, ਤੀਜਾ ਇਹ ਵਾਲਾ, ਚੌਥਾ ਇਹ ਵਾਲਾ। ਇਹ ਕਾਰਬਨ ਦੇ ਚਾਰੋਂ ਬੰਧਨ ਕੀ ਹੋ ਗਏ, ਪੂਰੇ ਹੋ ਗਏ। ਹੁਣ ਧਿਆਨ ਦਿਓ, ਜਿਹੜਾ ਆਹ ਵਾਲਾ ਕਾਰਬਨ ਹੈ, ਇਹ ਕਾਰਬਨ ਦੇ ਨਾਲ ਸੇਮ ਹੋ ਗਿਆ ਇਹਦੇ ਵਾਂਗ, ਇਹਦੇ ਨਾਲ ਕਿੰਨੀਆਂ ਹਾਈਡਰੋਜਨ ਲੱਗਣਗੀਆਂ, 3 ਹਾਈਡਰੋਜਨ। ਤਾਂ ਟੋਟਲ ਹਾਈਡਰੋਜਨ ਜੇਕਰ ਕਾਊਂਟ ਕਰੀਏ, ਕਾਰਬਨ ਕਿੰਨੇ ਹੋ ਗਏ, 3, ਹਾਈਡਰੋਜਨ ਕਿੰਨੀਆਂ ਹੋ ਗਈਆਂ, 1 2 3 4 5 6 7 8।
ਕੀ ਤੁਹਾਨੂੰ ਇਹਦੇ ਵਿੱਚ ਕੋਈ ਪੈਟਰਨ ਲੱਗ ਰਿਹਾ ਹੈਗਾ ਵੀ ਜਿੰਨੇ ਨੰਬਰ ਆਫ ਕਾਰਬਨ ਨੇ ਤੇ ਹਾਈਡਰੋਜਨ ਉਹਨਾਂ ਦੇ ਵਿੱਚ ਕੋਈ ਲੌਜਿਕ ਹੈ, ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੀ ਹੈ ਤੁਸੀਂ ਜਿਵੇਂ ਜਿਵੇਂ ਵੀਡੀਓ ਪ੍ਰੋਸੀਡ ਕਰਦੇ ਜਾਵਾਂਗੇ ਆਪਾਂ। ਨੈਕਸਟ ਆ ਗਿਆ ਬਿਊਟੇਨ। ਕਿੰਨੇ ਕਾਰਬਨ ਹੈ ਇਹਦੇ ਵਿੱਚ? 4 ਆ ਤਾਂ ਪ੍ਰੀਫਿਕਸ ਕੀ ਹੋਏਗਾ? ਬਟ। ਹੁਣ ਚਾਰੋਂ ਕਾਰਬਨ ਦੇ ਵਿੱਚ ਬੰਧਨ ਕਿਹੜਾ ਹੈ? ਇਕਹਿਰਾ ਬੰਧਨ ਹੈ ਕਾਰਬਨ ਦਾ ਕਾਰਬਨ ਦੇ ਨਾਲ, ਤਾਂ ਹਰੇਕ ਬੰਧਨ ਇਕਹਿਰਾ ਹੈ ਤਾਂ ਕੀ ਹੋ ਗਿਆ? ਏਨ। ਤਾਂ ਨਾਮ ਕੀ ਬਣ ਗਿਆ? ਬਿਊਟੇਨ। ਹੁਣ ਧਿਆਨ ਦਿਓ, ਇਹ ਵਾਲੇ ਕਾਰਬਨ ਦੇ ਲਈ 4 ਬੰਧਨ ਪੂਰੇ ਕਰਨੇ ਨੇ, ਇੱਕ ਬੰਧਨ ਇੱਧਰ ਬਣ ਗਿਆ, 3 ਹਾਈਡਰੋਜਨ ਲੱਗ ਗਈਆਂ। ਇਹ ਵਾਲੇ ਕਾਰਬਨ ਦੇ ਲਈ 2 ਬੰਧਨ, ਇੱਕ ਬੰਧਨ ਇਸ ਕਾਰਬਨ ਨਾਲ, ਇੱਕ ਬੰਧਨ ਇਸ ਕਾਰਬਨ ਨਾਲ, 2 ਹਾਈਡਰੋਜਨ ਲੱਗ ਗਏ। ਸੇਮ ਵੇ ਅਗਰ ਆਪਾਂ ਆਹ ਵਾਲਾ ਕਾਰਬਨ ਦੇਖੀਏ, ਇਹਦਾ ਇੱਕ ਬੰਧਨ ਇਸ ਵਾਲੇ ਕਾਰਬਨ ਨਾਲ, ਇੱਕ ਬੰਧਨ ਇਸ ਵਾਲੇ ਕਾਰਬਨ ਨਾਲ, ਕਿੰਨੇ ਹਾਈਡਰੋਜਨ ਲੱਗ ਗਏ? ਇੱਕ ਉੱਪਰ ਇੱਕ ਨੀਚੇ, 4 ਬੰਧਨ ਇਹਦੇ ਪੂਰੇ ਹੋ ਗਏ। ਨੈਕਸਟ ਹੁਣ ਆਹ ਵਾਲਾ ਕਾਰਬਨ, ਇੱਕ ਬੰਧਨ ਇਹਦਾ ਆਹ ਵਾਲੇ ਕਾਰਬਨ ਨਾਲ ਬਣ ਗਿਆ, 3 ਇਹਦੇ ਆਲੇ ਦੁਆਲੇ ਕੀ ਲੱਗ ਗਏ? ਹਾਈਡਰੋਜਨ ਲੱਗ ਗਏ। ਤਾਂ ਇਸ ਤਰ੍ਹਾਂ ਨਾਲ ਦੇਖੀਏ ਤਾਂ ਕਾਰਬਨ ਕਿੰਨੇ ਹੋ ਗਏ ਟੋਟਲ ਆਪਣੇ ਕੋਲ? 4। ਹਾਈਡਰੋਜਨਾਂ ਕਿੰਨੀਆਂ ਹੋ ਗਈਆਂ? 10। ਤੁਸੀਂ ਕਾਊਂਟ ਕਰਕੇ ਦੇਖ ਸਕਦੇ ਹੋ। ਨੈਕਸਟ 5 ਕਾਰਬਨ ਹੈ, 3 4 5 ਕਾਰਬਨ ਕਿੰਨੇ ਹੈਗੇ? 5। ਹੁਣ ਇਹ ਵਾਲੇ ਕਾਰਬਨ ਦੇ 4 ਬੰਧਨ ਪੂਰੇ ਕਰਨੇ ਆ, ਇੱਕ ਕਾਰਬਨ ਇੱਧਰ ਬੰਧਨ ਹੋ ਗਿਆ, 3 ਇਹਦੇ ਨਾਲ ਹਾਈਡਰੋਜਨ ਲੱਗ ਗਏ। ਇਹ ਵਾਲੇ ਕਾਰਬਨ ਦੇ ਲਈ ਇੱਕ ਬੰਧਨ ਇੱਧਰ, ਇੱਕ ਬੰਧਨ ਇੱਧਰ, 2 ਹਾਈਡਰੋਜਨ ਲੱਗਣਗੇ, ਇੱਕ ਉੱਪਰ ਇੱਕ ਨੀਚੇ। ਹੁਣ ਇਹ ਵਾਲੇ ਕਾਰਬਨ ਦੇ ਲਈ ਇੱਕ ਬੰਧਨ ਇਸ ਸਾਈਡ, ਇੱਕ ਬੰਧਨ ਇਸ ਸਾਈਡ, ਇੱਕ ਉੱਪਰ ਇੱਕ ਨੀਚੇ। ਜੇਕਰ ਆਹ ਵਾਲੇ ਕਾਰਬਨ ਲਈ ਦੇਖੀਏ, ਇੱਕ ਬੰਧਨ ਇਸ ਸਾਈਡ, ਇੱਕ ਬੰਧਨ ਇਸ ਸਾਈਡ, ਇੱਕ ਹਾਈਡਰੋਜਨ ਉੱਪਰ ਇੱਕ ਨੀਚੇ। ਇਹ ਵਾਲੇ ਕਾਰਬਨ ਦੇ ਲਈ ਇੱਕ ਸਾਈਡ ਹੀ ਕਾਰਬਨ ਲੱਗਿਆ ਹੋਇਆ, ਇੱਕ ਸਾਈਡ ਕਾਰਬਨ, ਬਾਕੀ ਤਿੰਨੋਂ ਸਾਈਡ ਹਾਈਡਰੋਜਨ। ਤਾਂ ਟੋਟਲ ਹਾਈਡਰੋਜਨ ਜੇਕਰ ਕਾਊਂਟ ਕਰੀਏ 3 2 5 2 7 2 9 ਤੇ 3 12। ਸੋ ਪੈਂਟੇਨ ਦਾ ਸੂਤਰ ਕੀ ਹੋ ਗਿਆ? C5H12। ਸੇਮ ਵੇ 6 ਨੰਬਰ ਵਾਲੇ ਨੂੰ ਕੀ ਕਹਿੰਦੇ? ਹੈਕਸ। ਸੋ 1 2 3 4 5 6 6 ਕਾਰਬਨ। ਹੁਣ 6 ਕਾਰਬਨ ਦਾ ਬੰਧਨ ਬਣਾਉਣਾ ਆਪਾਂ ਨੇ। ਸੇਮ ਵੇ ਨਾਲ ਤੁਸੀਂ ਹਾਈਡਰੋਜਨ ਪੂਰੇ ਕਰਨੇ ਨੇ, ਬੰਧਨ ਪੂਰੇ ਕਰਨੇ ਨੇ। ਕਾਰਬਨ ਨੂੰ ਕੀ ਰੱਖਣਾ? ਚੌ ਸੰਯੋਜਕ। ਧਿਆਨ ਰੱਖਣਾ ਕਾਰਬਨ ਦੇ ਕਿੰਨੇ ਬੰਧਨ ਬਣਨਗੇ ਵੱਧ ਤੋਂ ਵੱਧ, ਤੇ ਪੂਰੇ ਦੇ ਪੂਰੇ 4 ਬੰਧਨ ਬਣਨਗੇ ਕਾਰਬਨ ਦੇ ਜਦੋਂ ਵੀ ਉਹ ਬੰਧਨ ਬਣਾਏਗਾ। ਇੱਕ ਬੰਧਨ ਇੱਧਰ, 3 ਹਾਈਡਰੋਜਨ। ਸੇਮ ਵੇ ਮਿਡਲ ਵਾਲਿਆਂ ਦੇ 2 ਹਾਈਡਰੋਜਨ ਲੱਗਣਗੇ ਤੇ ਸਿਰੇ ਵਾਲੇ ਦੇ 3 ਹਾਈਡਰੋਜਨ ਲੱਗਣਗੇ। ਤਾਂ ਹੈਕਸੇਨ ਦੇ ਵਿੱਚ C6H12। ਇਹ ਡਰਾ ਕਰਕੇ ਦੇਖ ਲੈਣਾ ਬੇਟਾ ਤੁਸੀਂ ਨੇ। ਸੋ ਇਸ ਤਰ੍ਹਾਂ ਨਾਲ ਅਲਕੇਨ ਪਰਿਵਾਰ ਆਪਣਾ ਕੰਪਲੀਟ ਹੋ ਗਿਆ। ਜੇ ਮੀਥੇਨ ਦੇਖੀਏ, ਮੀਥੇਨ ਦਾ ਸੂਤਰ ਕੀ ਕਰਕੇ ਆਏ? CH4। ਈਥੇਨ ਦਾ ਸੂਤਰ ਜੇਕਰ ਦੇਖੀਏ ਤਾਂ ਕੀ ਕਰਕੇ ਆਏ? C2H6। ਅਗਰ ਜੇ ਪ੍ਰੋਪੇਨ ਦਾ ਦੇਖੀਏ ਤਾਂ C3H8। ਅਗਰ ਆਪਾਂ ਬਿਊਟੇਨ ਦਾ ਦੇਖੀਏ C4H10। ਅਗਰ ਪੈਂਟੇਨ ਦਾ ਦੇਖੀਏ ਤਾਂ C5H12। ਇਟ ਮੀਨਸ ਜਿੰਨੇ ਕਾਰਬਨ ਐਟਮ ਨੇ, ਹਾਈਡਰੋਜਨ ਉਸ ਤੋਂ ਕਿੰਨਾ ਗਾ? ਦੁੱਗਣੇ ਤੋਂ 2 ਵੱਧ ਹੈ। ਕਾਰਬਨ ਦੇ ਵਿੱਚ ਇੱਥੇ ਕਾਰਬਨ ਕਿੰਨਾ? 1 ਦਾ ਡਬਲ ਕਰੋ ਕਿੰਨਾ ਆ ਗਿਆ? 2। 2 ਦੇ ਵਿੱਚ 2 ਜੋੜੋਗੇ ਕਿੰਨਾ ਬਣ ਗਿਆ? 4। ਤਾਂ ਹਾਈਡਰੋਜਨ ਕਿੰਨੇ ਆ? 4। ਠੀਕ ਹੈ ਜੀ। 2 ਦਾ ਡਬਲ ਕਰੋ 4, 2 ਐਡ ਕਰੋ 6 ਪੂਰੇ ਆ। ਤਾਂ ਇਸ ਤਰ੍ਹਾਂ ਨਾਲ ਅਲਕੇਨ ਪਰਿਵਾਰ ਦਾ ਜਿਹੜਾ ਸਧਾਰਨ ਸੂਤਰ ਹੈ ਉਹ ਕੀ ਬਣ ਗਿਆ? CnH2n+2। ਇਸ ਤੋਂ ਬਾਅਦ ਜਿਹੜਾ ਅਗਲਾ ਕਾਰਬਨ ਪਰਿਵਾਰ ਦੇ ਵਿੱਚ ਆਉਂਦਾ ਹੈ ਉਹ ਹੈ ਐਲਕੀਨ। ਹੁਣ ਐਲਕੀਨ ਲਈ ਕੀ ਹੈਗਾ? ਐਲਕੀਨ ਸੇਮ ਹੀ ਅਲਕੇਨ ਵਾਂਗ ਕਾਰਬਨ ਤੇ ਹਾਈਡਰੋਜਨ ਦਾ ਬਣਿਆ ਹੋਊਗਾ। ਇਹਨਾਂ ਨੂੰ ਵੀ ਹਾਈਡਰੋਕਾਰਬਨ ਕਹਾਂਗੇ, ਪਰ ਇਹ ਕਿਹੜੇ ਹੋਣਗੇ? ਅਸੰਤ੍ਰਿਪਤ ਹੋਣਗੇ। ਧਿਆਨ ਦਿਓ, ਜਦੋਂ ਆਪਾਂ ਅਲਕੇਨ ਪੜ੍ਹਿਆ ਉਦੋਂ ਆਪਾਂ ਇਹ ਗੱਲ ਕਹੀ ਹੈ ਵੀ ਜਿਹੜਾ ਹਰੇਕ ਬੰਧਨ ਹੈ ਉਹ ਇਕਹਿਰਾ ਹੋਵੇ, ਪਰ ਜਦੋਂ ਐਲਕੀਨ ਪੜ੍ਹਨਾ ਹੈ ਉਦੋਂ ਧਿਆਨ ਰੱਖਣਾ ਹੈ ਘੱਟੋ ਘੱਟ ਇੱਕ ਕਾਰਬਨ ਪਰਮਾਣੂ ਦਾ ਬੰਧਨ ਕੀ ਮਿਲ ਜਾਵੇ ਆਪਾਂ ਨੂੰ? ਦੋਹਰਾ ਬੰਧਨ ਮਿਲ ਜਾਵੇ, ਤੇ ਤੀਹਰਾ ਬੰਧਨ ਉੱਥੇ ਮੌਜੂਦ ਨਾ ਹੋਵੇ। ਤੀਹਰਾ ਬੰਧਨ ਉੱਥੇ ਨਹੀਂ ਹੋਣਾ ਚਾਹੀਦਾ, ਘੱਟੋ ਘੱਟ ਇੱਕ ਦੂਹਰਾ ਬੰਧਨ ਮਿਲ ਜਾਵੇ, ਤਾਂ ਉਹਨੂੰ ਕੀ ਬੋਲਾਂਗੇ ਆਪਾਂ? ਐਲਕੀਨ। ਹੁਣ ਐਲਕੀਨ ਦਾ ਜਿਹੜਾ ਨਾਮ ਹੋਊਗਾ ਉਹ ਕਿਹਦੇ ਸਫਿਕਸ ਕੀ ਲੱਗੂਗਾ? ਐਲਕੀਨ। ਸੋ ਸਭ ਤੋਂ ਪਹਿਲਾਂ ਆਉਂਦਾ ਇਹਦਾ ਪਰਿਵਾਰ ਦਾ ਮੈਂਬਰ ਈਥੀਨ। ਇਹਦਾ ਮੀਥੀਨ ਕਿਉਂ ਨਹੀਂ ਬਣਦਾ? ਕਿਉਂਕਿ ਕਾਰਬਨ ਹੈ ਜਿਹੜਾ, ਦੂਜਾ ਕਾਰਬਨ ਮੌਜੂਦ ਹੀ ਨਹੀਂ। ਜਦੋਂ ਇੱਕ ਕਾਰਬਨ ਹੈ ਦੂਸਰਾ ਕਾਰਬਨ ਮੌਜੂਦ ਨਹੀਂ, ਦੂਸਰਾ ਕਾਰਬਨ ਮੌਜੂਦ ਨਹੀਂ ਤਾਂ ਬੰਧਨ ਡਬਲ ਬਣ ਨਹੀਂ ਸਕਦਾ। ਇਸ ਕਰਕੇ ਇਹਦਾ ਜਿਹੜਾ ਪਹਿਲਾ ਮੈਂਬਰ ਆ ਉਹ ਕੌਣ ਬਣੂਗਾ? ਈਥੀਨ ਹੀ ਬਣੂਗਾ। ਹੁਣ ਧਿਆਨ ਦਿਓ, ਕਾਰਬਨ ਤੇ ਕਾਰਬਨ ਦੇ ਵਿਚਕਾਰ ਕੀ ਬਣਿਆ ਹੋਇਆ? ਦੋਹਰਾ ਬੰਧਨ ਬਣਿਆ ਹੋਇਆ। ਇਹ ਵਾਲੇ ਕਾਰਬਨ ਦੇ ਲਈ 2 ਬੰਧਨ ਇਸ ਸਾਈਡ ਹੋ ਗਏ,
तीसरा बंधन इस साइड, चौथा बंधन इस साइड। ये वाले कार्बन के लिए दो बंधन इस साइड, तीसरा बंधन इस साइड, चौथा बंधन इस साइड। हुण ध्यान दिओ, कार्बन किन्ने है? दो। हाइड्रोजन किन्ने है? एक, दो, तीन, चार। हाइड्रोजन किन्ने आ गए इहदे विच? चार। सेम इस तरह नाल अगर तीन कार्बन है, एक दो तीन, एक दो तीन, हुण डबल बॉन्ड बनना, दोहरा बंधन बनाना आपां ने, घट्टो घट्ट एक बंधन बनिया होया होवे दोहरा, ते आ दूहरा बंधन इधर भी बन सकता है, दूहरा बंधन इस साइड भी बन सकता है, दोनों साइड कार्बन ते कार्बन का बन सकता ना, जेकर आपां तीन कार्बन इवें लगा दीए। ध्यान दिओ, हुण दोहरा बंधन इस साइड भी बन सकता है, दोहरा बंधन इस साइड भी बन सकता, दोनों सेम ही है, कन्फ्यूज होने की लोड़ नहीं। हुण ध्यान दिओ, अगर कार्बन कार्बन का दूहरा बंधन इस साइड बन रहा है तो दो बंधन इस साइड बन गए, एक उपर एक नीचे, तीन ते चार, ये वाले कार्बन के चार बंधन पूरे हो गए। ठीक है जी, हुण ये वाले कार्बन ते आ जाओ, ये वाले कार्बन के दो बंधन इस साइड, एक बंधन इस साइड, तीन, एक हाइड्रोजन के नाल ये वाले कार्बन के भी चारों बंधन बन गए, ये भी ठीक है। हुण जेकर आह वाले कार्बन लिए काउंट करिए, एक बंधन इधर, दूजा, तीजा, चौथा, चारों बंधन ये की हो गए? कंप्लीट हो गए। तो प्रोपीन के लिए C3H कितना बन गया तुहाडा? 6। सेम वे तुसीं इहदे बंधन काउंट कर लेने ने, वो भी 6 ही बन, वो भी ये सारिਆਂ ਦੇ बंधन की है पूरे हो जाएंगे। सो जे आप अल्कीन परिवार बारे ध्यान दईए, इथीन तो शुरू हो गया, C2H4, C3H6, C4H8। हुण ध्यान दिओ, मैं तुहानूं कहां भी अल्कीन परिवार का मैंबर दसो जिहदे कार्बन किन्ने 15, एच किन्ने आउणगे, तुसीं आराम नाल दस सकदे हो। क्यों? 2 का दुगना 4, 3 का दुगना 6 अल्कीन दे लई। तो अल्कीन परिवार का खासियत की है? घट्टो घट्ट एक बंधन दूरा मिलूगा, तो उहदे विच जिन्ने कार्बन है उस तो दुगने की होणगे? हाइड्रोजन आउण। सो तुसीं ड्रा कर सकते हो, किसी का भी तुहानूं जे सूत्र पुछदा C30 वाले का पुछदा तो हाइड्रोजन किन्ने होणगे? 60। सो सेम तरीके नाल अगे बंधन किहड़ा बन गया? तीरा बंधन। जदों कार्बन ते कार्बन के विचकार बंधन कितना बन जाए? तीरा बंधन बन जाए, घट्टो घट्ट एक बंधन जिहड़ा तीरा मिल जाए, उहनूं की कहांगे आपां? एल्काइन बोलांगे। इहदा सफिक्स की होऊगा? YNE, आयन। देखो, कार्बन एक वाले नूं मिथ ही कहना है, दो वाले नूं इथ ही कहना है। हुण दो वाले दे विच कार्बन दो वाला, दो कार्बन वाला जिहड़ा कोई भी है, मान लो वो होगा कि इथ ही होएगा। हुण वो ईथेन होऊगा जे कार्बन ते कार्बन इकैरा बंधन है, वो ईथीन होऊगा जेकर कार्बन ते कार्बन दोहरा बंधन है, वो ईथाइन होएगा जे कार्बन ते कार्बन की हैगा तीरा बंधन है। ये बारे आप पढ़ते हैं हुण। सो इथाइन बारे देखो, कार्बन ते कार्बन के विचकार तीरा बंधन। हुण ये कार्बन के 3 बंधन तो इस साइड बन गए, किन्ने बंधन बना सकता कार्बन? मैक्सीमम 4। किहड़ा बंधन बच गया? आ वाला, चौथा। सो कार्बन जिहड़ा एल्काइन है वो परिवार का ਇਹਦੇ ਵਿੱਚ कार्बन किन्ने हो गए? 2, हाइड्रोजन भी किन्ने हो गए? 2। सेम वे नाल हुण प्रोपाइन की गल करिए, अगर 3 कार्बन लगे हुए ने, जिवें दोहरा बंधन बन रहा सी, सेम तरीके नाल तीरा बंधन इस साइड भी बन सकता है, इस साइड भी बन सकता है। सो तीरा बंधन मैं इस साइड भी बनाया हुआ है तो इस साइड भी। हुण ध्यान नाल इहदे आपां बाउंड काउंट कर देंगे। ये वाले कार्बन ते ध्यान दिओ, 3 बंधन इहदे इस साइड बन रहे हैं, एक बंधन इहदा इस साइड बन रहा, टोटल इस वाले कार्बन के 4 बंधन पूरे। हुण आह वाला कार्बन नोट करो, ये वाले कार्बन लिए 3 बंधन इन्हें इस साइड बना ले, एक बंधन इन्हें आह वाले कार्बन नाल बना लिया, तो ये वाले कार्बन के भी 4 बंधन पूरे हो गए। जेकर आह वाले कार्बन पर ध्यान दिए तो ये वाले कार्बन एक बंधन इस कार्बन नाल बना लिया, 3 बंधन इन्हें हाइड्रोजन नाल बना लिया, तो ये वाले कार्बन के भी 4 बंधन है जिहड़े पूरे हो चुके हैं। सेम वे ये डायग्राम तो तुसीं काउंट करके देख सकते हो। तो इस डायग्राम तो अपन की पता लग गया, जिहड़ा प्रोपाइन है C3 प्रॉपता क्यों लग गया? क्योंकि कार्बन 3 ने। आइन क्यों लग गया? क्योंकि एक तीरा बंधन आ गया। सो एल्काइन परिवार का जिहड़ा सधारण सूत्र है निकल के की आ गया?
CnH2n-2। ਸਪੋਜ਼ ਕਰੋ ਮੈਂ ਤੁਹਾਨੂੰ C5 ਦਾ ਪੁੱਛਾਂ ਕੀ ਹੋਊਗਾ, ਤਾਂ C ਦੇ N ਦੀ ਜਗ੍ਹਾ 5 ਆ ਗਿਆ, ਇੱਥੇ N ਦੀ ਜਗ੍ਹਾ 5 ਭਰੋ, 5 ਦੂਣੀ 10 -2 8। C3 ਦੇ ਲਈ ਕੱਢੋ, 3 × 2 6, 6 - 2 4, ਇਹੀ ਕਰਕੇ ਆਏ ਆ C3H4। ਧਿਆਨ ਦਿਓ C3H4। ਸੋ ਇਸ ਤਰ੍ਹਾਂ ਨਾਲ ਕੀ ਹੋ ਗਿਆ, ਤੁਹਾਡੇ ਕੋਲ ਤਿੰਨੋਂ ਜਿਹੜੇ ਕਾਰਬਨ ਦੇ ਫੈਮਿਲੀ ਦੇ 3 ਮੈਂਬਰ ਬਣੇ, ਕਾਰਬਨ 'ਚ ਕਾਰਬਨ ਵਿਚਕਾਰ ਬੰਧਨ ਦੇ ਨਾਲ ਤਿੰਨਾਂ ਦੇ ਤੁਸੀਂ ਸਧਾਰਨ ਸੂਤਰ ਯਾਦ ਕਰ ਲੈਣੇ ਨੇ। ਕੀ ਨੇ? ਐਲਕੇਨ ਪਰਿਵਾਰ ਦਾ ਕੀ ਹੈ, ਜੇ ਕਾਰਬਨ ਕਾਰਬਨ 'ਚ ਵਿਚਕਾਰ ਗਹਿਰਾ ਬੰਧਨ ਆ ਤਾਂ ਕੀ ਆ ਉਹ ਐਲਕੇਨ, ਜੇ ਦੂਰਾ ਆ ਇੱਕ ਵੀ ਦੂਰਾ ਮਿਲ ਗਿਆ ਤਾਂ ਕੀ ਆਗਾ ਐਲਕੀਨ, ਜੇ ਤੀਰਾ ਮਿਲ ਗਿਆ ਤਾਂ ਐਲਕਾਇਨ। ਹੁਣ ਕਾਰਬਨ ਦੀ ਗਿਣਤੀ ਦੇ ਨਾਲ ਉਹਦਾ ਪ੍ਰੀਫਿਕਸ ਡਿਸਾਈਡ ਹੋਊਗਾ ਕੀ ਲੱਗਣਾਗਾ। ਜੇ 2 ਕਾਰਬਨ ਨੇ ਤਾਂ ਇਥ, 3 ਆ ਤਾਂ ਪ੍ਰੋਪ, 4 ਆ ਤਾਂ ਬਿਊਟੇ, 5 ਆ ਤਾਂ ਪੈਂਟੇ, 6 ਆ ਤਾਂ ਹੈਕਸੇ, 7 ਆ ਤਾਂ ਹੈਪਟਾ। ਇਸ ਤਰ੍ਹਾਂ ਨਾਲ ਤੁਸੀਂ ਤਿੰਨਾਂ ਦੇ ਸਧਾਰਨ, ਜੋ ਅੱਜ ਦੀ ਆਪਣੀ ਕਲਾਸ ਦਾ ਪਰਪਸ ਸੀ ਉਹ ਕੀ ਸੀ, ਵੀ ਤੁਹਾਨੂੰ ਕਾਰਬਨ ਤੇ ਕਾਰਬਨ ਦੇ ਵਿਚਕਾਰ ਜਿਹੜੀ ਫੈਮਿਲੀ ਬਣ ਰਹੀ ਹੈ ਐਲਕੇਨ, ਐਲਕੀਨ ਤੇ ਐਲਕਾਈਨ ਦੇ ਬਾਰੇ ਦੱਸਣਾ, ਉਹਨਾਂ ਦੇ ਸਧਾਰਨ ਸੂਤਰ ਬਾਰੇ ਜਾਣਕਾਰੀ ਦੇਣੀ, ਉਹਨਾਂ ਦੀ ਲੜੀਆਂ ਬਣਾ ਕੇ ਜਿਹੜਾ ਲੰਬੀ ਲੜੀ ਹੈ, ਸਿੱਧੀ ਲੰਬੀ ਲੜੀ ਹੈ, ਉਹ ਬਣਾਉਣ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਾ। ਸੋ ਇਹਨਾਂ ਦੀ ਬੇਟਾ ਪ੍ਰੈਕਟਿਸ ਕਰ ਲੈਣੀ ਹੈ। ਜਿੰਨੀਆਂ ਵੀ ਡਾਇਗਰਾਮ ਬਣੀਆਂ ਹੋਈਆਂ ਨੇ ਤੁਸੀਂ ਟਰਾਈ ਕਰਨਾ ਹੈ। ਕੀ ਟਰਾਈ ਕਰਨਾ ਤੁਸੀਂ ਨੇ, ਵੀ ਤੁਸੀਂ ਬਿਊਟਾਇਨ ਬਣਾ ਸਕੋ, ਪੈਂਟਾਇਨ ਬਣਾ ਸਕੋ, ਹੈਕਸਾਇਨ ਬਣਾ ਸਕੋ, ਕੋਸ਼ਿਸ਼ ਕਰਨੀ ਹੈ ਬਣਾਉਣ ਦੀ। ਥੈਂਕਸ ਫॉर ਵਾਚਿੰਗ। ਲਾਈਕ ਐਂਡ ਸ਼ੇਅਰ ਦਿਸ ਵੀਡੀਓ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਪ੍ਰੈਸ ਦਾ ਬੈਲ ਆਈਕਨ ਫॉर ਦਾ ਫਿਊਚਰ ਅਪਡੇਟਸ। ਥੈਂਕ ਯੂ।